ਸੁਖਬੀਰ ਬਾਦਲ ਦਾ ਵਿਰੋਧ ਕੀਤਾ, ਨਰਿੰਦਰ ਮੋਦੀ ਦਾ ਕੀਤਾ। ਚਰਨਜੀਤ ਚੰਨੀ ਦੁੱਧ ਹੈ। ਉਹਨੂੰ ਕਹੋ ਵੀ ਸਾਡੇ ਸਵਾਲਾਂ ਦਾ ਜਵਾਬ ਦੇਵੇ, ਜੇ ਨਾ ਦੇਗਾ ਅਸੀਂ ਵਿਰੋਧ ਕਰਾਂਗੇ। ਚੰਨੀ ਸਾਹਿਬ ਚਾਹ ਪੀ ਰਹੇ ਨੇ, ਇੱਥੇ ਅਸੀਂ ਖੜੇ ਹੋਏ ਆ। ਸਾਨੂੰ ਧੋਖਾ ਦੇ ਕੇ ਚੰਨੀ ਸਾਹਿਬ ਗੱਡੀ 'ਚ ਬਹਿ ਕੇ ਤੇ ਨਿਕਲ ਗਏ। ਮੁੜ ਕੇ 1 ਘੰਟਾ ਅਸੀਂ ਰਾਣੇ ਸੋਢੀ ਨੂੰ ਉਹਦੇ ਘਰ 'ਚ ਤਾੜੀ ਰੱਖਿਆ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ। ਅਤੇ ਇਹ ਹੋ ਸਕਦਾ ਵੀ ਜਿਹੜਾ ਮਹਿਮਾ ਸਾਹਿਬ ਇਲੈਕਸ਼ਨ ਲੜਦੇ ਨਜ਼ਰ ਆਉਣਗੇ ਕਿਸੇ ਨਾ ਕਿਸੇ ਖਾਸ ਪਾਰਟੀ 'ਚੋਂ ਆਜ਼ਾਦ। ਸਵਾਲ ਨਹੀਂ ਪੈਦਾ ਹੁੰਦਾ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਕਿਹੜੀ ਪਾਰਟੀ ਦੀ ਸਪੋਰਟ ਕਰੂ? ਕਿਸੇ ਦੀ ਵੀ ਨਹੀਂ। ਵੋਟਾਂ ਨਹੀਂ ਪਾਉਣ ਜਾਂਦੇ। ਕੱਲੀ ਵੋਟ ਪਾਉਣ ਦੇ ਅਧਿਕਾਰ ਨਾਲ ਡੈਮੋਕ੍ਰੇਸੀ ਨਹੀਂ ਬਣ ਜਾਂਦੀ। ਸਾਨੂੰ ਹੱਕ ਦਿੱਤਾ ਨਹੀਂ ਗਿਆ ਅੰਦੋਲਨ ਕਰਨ ਦਾ, ਇਹ ਅਸੀਂ ਹਾਸਲ ਕੀਤਾ। ਸਾਨੂੰ ਤਾਂ ਹਰਿਆਣੇ ਦੇ ਬਾਰਡਰਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਡੈਮੋਕ੍ਰੇਸੀ ਤਾਂ ਵੀ ਕਹਿੰਦੀ ਨਾ, ਜਿੱਥੇ ਕੋਈ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦਾ ਉਹਨੂੰ ਕਰਨ ਦਿਓ। ਅਸੀਂ ਤਾਂ ਦਿੱਲੀ ਪਾਰਲੀਮੈਂਟ ਦੇ ਬਾਹਰ ਜਾਣਾ ਚਾਹੁੰਦੇ ਸਾਂ। ਪਾਰਲੀਮੈਂਟ ਕੋਈ ਇਹਨਾਂ ਦੇ ਪਿਓ ਦੀ ਜਾਇਦਾਦ ਥੋੜਾ। ਲੋਕ ਕਹਿਣ ਲੱਗ ਪਏ ਨੇ ਕਿ ਅਸੀਂ ਮੰਗਤੇ ਨਹੀਂ, ਸਾਨੂੰ ਤੁਸੀਂ ਯੂਨਿਟਾਂ ਦਿਓ। ਇਹ ਤਾਂ ਫਿਰ ਉਹ ਗੱਲ ਆ ਵੀ ਸ਼ਰਾਬ ਉਹੀ ਆ, ਬੋਤਲਾਂ ਬਦਲੀ ਜਾਂਦੀ। ਜਿਸ ਚੀਜ਼ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਲੋੜ ਹੈ, ਉਹ ਤਾਂ ਇਹਨਾਂ ਦੇ ਮੂੰਹੋਂ ਹੀ ਕਦੇ ਨਹੀਂ ਨਿਕਲੀ। 50-50 ਗ੍ਰਾਮ ਦੀਆਂ ਵੱਟੀਆਂ ਨੇ, ਉਹਨੂੰ ਇੱਥੋਂ ਚੱਕ ਲਓ ਉੱਥੇ ਰੱਖ ਦਿਓ, ਉੱਥੋਂ ਚੱਕ ਲਓ ਉੱਥੇ ਰੱਖ ਲਿਓ। ਉਹ ਰਹਿਣਾ 250 ਗ੍ਰਾਮ ਹੀ ਹੈ। ਕੋਈ ਕਹਿੰਦਾ 1000 ਰੁਪਇਆ ਬੁੜੀਆਂ ਨੂੰ ਵੀ ਦੇਵਾਂਗੇ, ਤੁਹਾਡੀਆਂ ਟਿਕਟਾਂ ਨਹੀਂ ਲੱਗਦੀਆਂ ਅੱਜ ਕੱਲ੍ਹ। ਯਾਰ ਇਹ ਕਿਹੜੇ ਪਾਸੇ ਜਾਈ ਜਾਂਦੇ ਆ? ਕੇਜਰੀਵਾਲ ਦਾ ਜਵਾਬ ਸੀ ਕਿ ਕਾਰਪੋਰੇਟ ਤੋਂ ਬਗੈਰ ਦੇਸ਼ ਨਹੀਂ ਚੱਲ ਸਕਦਾ। ਕੌਣ ਕਹਿੰਦਾ ਕਾਰਪੋਰੇਟ ਤੋਂ ਬਿਨਾਂ ਦੇਸ਼ ਨਹੀਂ ਚੱਲ ਸਕਦਾ? ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਕੋਟਲੀ ਤੇ ਇਸ ਵਕਤ ਮੌਜੂਦ ਹਾਂ ਟਿੱਕਰੀ ਬਾਰਡਰ ਤੇ। ਲਾਸਟ ਦਿਨ ਅੱਜ ਤੁਹਾਨੂੰ ਇਹੋ ਜਿਹੀ ਸ਼ਖਸੀਅਤ ਨਾਲ ਮਿਲਾਉਣ ਜਾ ਰਿਹਾ ਜਿਨ੍ਹਾਂ ਨੇ ਕਦੇ ਮੈਨੂੰ ਲੱਗਦਾ ਕਿਸੇ ਦੀ ਪਰਵਾਹ ਹੀ ਨਹੀਂ ਕੀਤੀ। ਚਾਹੇ ਆਪਾਂ ਕਿ ਸੁਖਬੀਰ ਸਿੰਘ ਬਾਦਲ ਜਦੋਂ ਫਿਰੋਜ਼ਪੁਰ ਕੰਨੀ ਆਉਂਦੇ ਆ ਤਾਂ ਹਮੇਸ਼ਾ ਉਹਨਾਂ ਨੂੰ ਚਰਚਾ ਦੇਖਦੇ ਹੋ, ਠੀਕ ਆ, ਪਰਚੇ ਵੀ ਕੱਟੇ ਜਾਂਦੇ ਆ। ਤੇ ਅੱਜ ਉਹਨਾਂ ਦੀ ਜ਼ਿੰਦਗੀ ਬਾਰੇ ਦੇਖਾਂਗੇ। ਉਹਨਾਂ ਦੇ ਪਰਿਵਾਰ ਨਾਲ ਬੈਠੇ ਆ ਵੀ ਕਿਸਾਨ ਆਗੂ ਬਣਨ ਵਾਸਤੇ ਪਰਿਵਾਰ ਨੂੰ ਕੀ ਸੰਤਾਪ ਹਟਾਉਣਾ ਪੈਂਦਾ, ਠੀਕ ਆ, ਜਾਂ ਕਿਸ ਤਰ੍ਹਾਂ ਦੀ ਵਿਅਕਤੀ ਵਿਸ਼ੇਸ਼ ਉਹਦੇ 'ਚ ਗੁਣ ਹੋਣੇ ਚਾਹੀਦੇ ਆ। ਮੇਰੇ ਨਾਲ ਨੇ ਜਿਹੜੇ ਹੈਗੇ ਆ ਸਾਡੇ ਮਹਿਮਾ ਸਾਹਿਬ ਨੇ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਤੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਮਹਿਮਾ ਸਾਹਿਬ ਕਦੋਂ ਤੋਂ ਜਿਹੜਾ ਹੈਗਾ, ਪਹਿਲਾਂ ਤਾਂ ਇਹ ਦੱਸੋ ਵੀ ਹੁਣ ਜਦੋਂ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਦੋਂ ਆਏ, ਖਾਸ ਵਿਰੋਧ ਸੀਗਾ ਇਕੱਲੇ ਉਹਨਾਂ ਦਾ ਕਰਦੇ ਸੀ ਤੇ ਬਾਕੀ ਪਾਰਟੀਆਂ ਦਾ ਵੀ ਸੀਗਾ? ਨਹੀਂ ਜੀ, ਸੁਖਬੀਰ ਬਾਦਲ ਨਾਲ ਪਹਿਲੀ ਗੱਲ ਤਾਂ ਸਾਡੀ ਕੋਈ ਨਿੱਜੀ ਰੰਜਿਸ਼ ਤਾਂ ਹੈ ਨਹੀਂ ਗੀ। ਨਾ ਹੀ ਅਸੀਂ ਸੁਖਬੀਰ ਬਾਦਲ ਦਾ ਵਿਰੋਧ ਕਰਨੇ ਆ। ਅਸੀਂ ਵਿਰੋਧ ਕਰਨੇ ਆ ਵਿਚਾਰ ਦਾ, ਉਹ ਸਮਝ ਦਾ, ਜਿਹੜੀ ਲੋਕਾਂ ਦੇ ਖਿਲਾਫ ਭੁਗਤਦੀ ਏ। ਉਹ ਸੁਖਬੀਰ ਬਾਦਲ ਵੀ ਉਸੇ ਸਮਝ ਦਾ ਮਾਲਕ ਏ, ਉਹਦਾ ਵੀ ਕਰਨੇ ਆ। ਕੈਪਟਨ ਅਮਰਿੰਦਰ ਸਿੰਘ ਵੀ ਉਸੇ ਸਮਝ ਦਾ ਮਾਲਕ ਏ। ਪ੍ਰਕਾਸ਼ ਸਿੰਘ ਬਾਦਲ ਵੀ ਉਸੇ ਸਮਝ ਦਾ ਮਾਲਕ ਏ। ਤਾਂ ਸਾਰੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਹੈਗੀਆਂ ਨੇ, ਵੋਟ ਵਟੋਰੂ ਪਾਰਟੀਆਂ, ਇਹਨਾਂ ਸਾਰਿਆਂ ਦਾ ਹੀ ਅਸੀਂ ਬਰਾਬਰ ਦਾ ਵਿਰੋਧ ਕਰਦੇ ਹਾਂ। ਸਾਡਾ ਕੋਈ ਇਕੱਲੇ ਸੁਖਬੀਰ ਬਾਦਲ ਨਾਲ ਕੋਈ ਮਤਲਬ ਨਹੀਂ ਗਾ। ਮਾਮਾ ਸਾਹਿਬ, ਕਿਸਾਨਾਂ ਦਾ ਰਾਜ ਆਇਆ 1 ਸਾਲ ਤੁਸੀਂ ਦਿਖਾਤਾ। ਜਦੋਂ ਕਿਸਾਨੀ ਝੰਡਾ ਜਾਂਦਾ ਸੀਗਾ ਸਾਰੇ ਟੋਲ ਫਰੀ ਸਭ ਥਾਂ, ਹੈ ਨਾ। ਜਦੋਂ ਪਾਰਟੀਆਂ ਵਾਲੇ ਜਾਂਦੇ ਆ, ਸ਼ਾਇਦ ਉਹਨਾਂ ਦੇ ਮੈਨੂੰ ਲੱਗਦਾ ਮੰਤਰੀਆਂ ਜਾਂ ਸੰਤਰੀਆਂ ਤੇ ਜਾਂ ਖਾਸ ਚਮਚੇ ਤੋਂ ਬਿਨਾਂ ਆਮ ਲੋਕਾਂ ਦਾ ਨਹੀਂ ਹੁੰਦਾ। ਤੁਸੀਂ ਲੋਕਾਂ ਦੇ ਵਿੱਚ ਹਜੇ ਉਹ ਗ੍ਰਿਪ ਕਿਉਂ ਨਹੀਂ ਬਣ ਰਿਹਾ ਵੀ ਲੋਕਾਂ ਨੂੰ ਤੁਸੀਂ ਦੱਸ ਸਕੋ ਵੀ ਹਾਂ ਜਿਹੜਾ ਯਾਰ ਆਪਾਂ ਸਾਰਿਆਂ ਵਾਸਤੇ ਹੱਕ ਦਿੱਤੇ ਆ। ਅੱਜ ਜੇ ਆਪਾਂ ਕਹੀਏ ਟੋਲ ਪਲਾਜ਼ੇ ਫਿਰ ਸਾਰਿਆਂ ਵਾਸਤੇ ਆ, ਤੇ ਇਹਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਓਗੇ ਗੱਲਾਂ ਲੋਕਾਂ ਦੇ ਵਿੱਚ ਪ੍ਰਚਾਰ ਵਾਸਤੇ? ਉਹ ਜੀ, ਜਿਹੜਾ ਮਨੁੱਖ ਹੈ ਨਾ, ਮਨੁੱਖ ਦੀ ਸਿਰਜਣਾ ਉਹਦਾ ਆਲਾ ਦੁਆਲਾ ਕਰਦਾ। ਸਾਡਾ ਜਿਹੜਾ ਆਲਾ ਦੁਆਲਾ ਏ ਉਹ ਇੱਕ ਵਿਸ਼ੇਸ਼ ਤਬਕੇ ਦੇ ਪ੍ਰਭਾਵ ਹੇਠ ਹੈ। ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ, ਸਾਰਾ ਜਿੰਨਾ ਉਹਦਾ ਪ੍ਰਭਾਵ ਹੈ, ਉਹਨੂੰ ਵਰਤਦਾ ਏ ਜਿਹੜਾ ਪੂੰਜੀਪਤੀ ਲੋਕ ਨੇ। ਟੀਵੀ ਦੇ ਰਾਹੀਂ, ਕ੍ਰਿਕਟ ਦੇ ਰਾਹੀਂ, ਫਿਲਮੀ ਹੀਰੋ ਦੇ ਰਾਹੀਂ, ਮਸ਼ਹੂਰੀਆਂ ਦੇ ਰਾਹੀਂ, ਫਿਲਮਾਂ ਰਾਹੀਂ ਉਹਨੂੰ ਵਰਤ ਕੇ ਜਿਹੜਾ ਸਾਡੇ ਸਮਾਜ ਦਾ ਤਾਣਾ ਬਾਣਾ ਹੈ, ਉਹਨਾਂ ਨੇ ਉਹਨੂੰ ਆਪਦੀ ਫੇਵਰ ਦੇ ਵਿੱਚ ਸਿਰਜਿਆ ਹੋਇਆ। ਸਾਡਾ ਪੰਜਾਬ ਦਾ, ਹਰਿਆਣੇ ਦਾ ਜਾਂ ਜੋ ਵੀ ਜਿਹੜਾ ਨੌਜਵਾਨ ਹੈ ਖਾਸ ਕਰਕੇ, ਇਸ ਵਕਤ ਜਿਹੜਾ ਉਹਦੀ ਬੁੱਧੀ ਹੈ ਨਾ, ਉਹ ਬੁੱਧੀ ਦਾ ਜਿਹੜਾ ਠਹਿਰਾਓ ਸੀ, ਰੁਕਿਆ ਹੋਇਆ ਸੀ ਵਿਕਾਸ, ਉਹ ਵਿਕਾਸ ਨਹੀਂ ਸੀ ਕਰ ਰਹੀ। ਇੱਕ ਲਿਮਟ ਤੱਕ ਬੱਚੇ ਦੇ ਪੈਦਾ ਹੋਣ ਤੋਂ ਜਵਾਨ ਹੋਣ ਤੱਕ ਇੱਕ ਸੋਚ ਬਣੀ ਹੁੰਦੀ ਹੈ ਕਿ ਇਦੋਂ ਅੱਗੇ ਨਹੀਂ ਜਾਣਾ।
ਉਹ ਸਮਝ ਹੀ ਉਹਨਾਂ ਦੀ ਅਨੁਸਾਰ ਬਣੀ ਹੋਈ ਏ ਕਿ ਅਸੀਂ ਆਮ ਲੋਕ ਆ, ਸਾਡੀ ਇੱਥੇ ਪੁੱਗਤ ਨਹੀਂ ਹੈਗੀ, ਜਿੰਨਾ ਚਿਰ ਅਸੀਂ ਇਹਨਾਂ ਦੇ ਪੈਰਾਂ ਹੇਠ ਨਹੀਂ ਡਿੱਗਾਂਗੇ। ਤਾਂ ਸਾਡੀ ਪੁੱਗਤ ਇਹਨਾਂ ਦੇ ਕਰਕੇ ਹੀ ਹੈ। ਉਹ ਨੈਰੇਟਿਵ ਸੀ ਨਾ ਜਿਹੜਾ, ਉਹਨੂੰ ਤੋੜਨਾ ਬਹੁਤ ਜ਼ਰੂਰੀ ਸੀ। ਇਹ ਕਤਈ ਨਾ ਸਮਝੋ ਕਿ ਇਹ ਕਿਸਾਨ ਘੋਲ ਅੱਜ ਚੱਲਿਆ ਤੇ ਇਹ ਚੱਲਣ ਦੇ ਨਾਲ ਕੋਈ ਇਹ ਸਾਰਾ ਬਦਲਾਅ ਆ ਗਿਆ ਹੈ, ਨਹੀਂ ਗਾ ਹੈਗੀ ਗੱਲ। ਇਸ ਸਾਰੇ ਬਦਲਾਅ ਦੇ ਪਿੱਛੇ ਸਾਡਾ ਪਿਛਲੇ 28 ਸਾਲ ਦਾ ਘੋਲ ਏ। 28 ਸਾਲਾਂ ਦਾ ਇਹ ਜਿਹੜਾ ਬੂਟਾ ਲਾਇਆ ਹੋਇਆ ਸੀ ਨਾ, ਉਹਨੂੰ ਪਾਲਦੇ ਪੋਸਦੇ ਪੈਸਾ ਅੱਜ ਉਸ ਬੂਟੇ ਨੂੰ ਫਲ ਲੱਗਾ ਹੈ। ਇਹ ਇੱਕ ਦਿਨ ਦਾ ਸਿਰਜਿਆ ਹੋਇਆ ਜਾਂ ਇੱਕ ਦਿਨ ਦਾ ਕੀਤਾ ਹੋਇਆ ਹੁਣ ਨਹੀਂ। ਮੰਨਦੇ ਹੋ ਲੋਕਾਂ ਦੀ ਜਿਹੜੀ ਹੈਗੀ ਆ ਬੁੱਧੀ ਚੇਂਜ ਹੋਈ ਆ? ਕਿੰਨੇ % ਮੰਨਦੇ ਹੋ ਪੰਜਾਬ ਦੇ ਵਿੱਚ? ਕਿਉਂਕਿ ਹਜੇ ਵੀ ਆਪਾਂ ਕਹੇ ਸ਼ਾਮ ਨੂੰ ਜਿਹੜੇ ਆਪਾਂ ਕਹੇ ਰੇੜੀਆਂ ਤੇ ਤਰੀ ਫਰਾਈ ਵਾਲੇ ਚੱਲ ਪੈਣੇ ਆ। ਹੁਣ ਅੰਦੋਲਨ ਕਿਉਂਕਿ ਦਿੱਲੀ ਦੇ ਬਾਰਡਰਾਂ ਤੋਂ ਚੱਕਿਆ ਗਿਆ ਹੈ ਨਾ ਆਪਣਾ, ਚੱਲ ਅੱਜ ਲਾਸਟ ਨਾਈਟ ਆਪਾਂ ਬਾਤ ਬਤਾ ਰਹੇ ਹਾਂ, ਪਰ ਇਸ ਤੋਂ ਬਾਅਦ ਫਿਰ ਚਾਚੇ ਤਾਇਆਂ ਦੇ 1000 ਰੁਪਏ ਦੇ ਬੋਤਲ ਤੇ ਨਾ ਤੇ ਵੋਟਾਂ ਪੈਣਗੀਆਂ। ਵੇਖੋ, ਪਹਿਲੀ ਗੱਲ ਤਾਂ ਹੈ ਨਾ, ਕਦੇ ਵੀ ਕਿਸੇ ਵੀ ਸਮਾਜ ਦੇ ਵਿੱਚ ਸਾਰੇ ਲੋਕ ਲੜਨ ਵਾਲੇ ਨਹੀਂ ਹੁੰਦੇ। ਤਿੰਨ ਧਿਰਾਂ ਦੇ ਲੋਕ ਹੁੰਦੇ ਨੇ, ਤਿੰਨ ਤਰ੍ਹਾਂ ਦੇ। ਇੱਕ ਲੋਕ ਜਿਨ੍ਹਾਂ ਲੜਨਾ ਹੁੰਦਾ, ਇੱਕ ਲੋਕ ਜਿਨ੍ਹਾਂ ਨੇ ਖੜ ਕੇ ਤਮਾਸ਼ਾ ਵੇਖਣਾ ਹੁੰਦਾ, ਇੱਕ ਲੋਕ ਜਿਨ੍ਹਾਂ ਨੇ ਲੱਤਾਂ ਖਿੱਚਣੀਆਂ ਹੁੰਦੀਆਂ ਨੇ। ਤਿੰਨ ਤਰ੍ਹਾਂ ਦੇ ਲੋਕ ਹੁੰਦੇ ਨੇ। ਹੋਣਾ ਇਹ ਆ ਕਿ ਜਿਹੜੇ ਅਸੀਂ ਲੜਨ ਵਾਲੇ ਲੋਕ ਆ, ਉਹਨਾਂ ਨੇ ਆਪਦੀ ਸਮਝ ਅਨੁਸਾਰ ਖੜ ਕੇ ਵੇਖਣ ਵਾਲੇ ਲੋਕਾਂ ਨੂੰ ਆਪਦੇ ਨਾਲ ਜੋੜਨਾ। ਜਦੋਂ ਪਹਿਲੀਆਂ ਦੋ ਧਿਰਾਂ ਸੀ ਇੱਕ ਧਿਰ ਹੋ ਗਈ, ਤਾਂ ਹੁਣ ਸਮਾਜ 'ਚ ਰਹਿ ਗਈਆਂ ਦੋ ਧਿਰਾਂ। ਜਿਹੜੀ ਤੀਜੀ ਧਿਰ ਏ ਉਹਦਾ ਅਸੀਂ ਫਿਰ ਸਫਾਇਆ ਕਰਨਾ। ਉਹ ਸਾਡੇ ਨਾਲ ਨਹੀਂ ਖੜੇਗੀ, ਉਸ ਧਿਰ ਦਾ ਫਿਰ ਅਸੀਂ ਸਫਾਇਆ ਕਰਾਂਗੇ। ਉਹਦਾ ਸਫਾਇਆ ਕਰਕੇ ਫਿਰ ਅਸੀਂ ਇੱਕ ਧਿਰ ਰਹਿ ਜਾਵਾਂਗੇ। ਤਾਂ ਜਦੋਂ ਅਸੀਂ ਇੱਕ ਧਿਰ ਰਹਿ ਜਾਵਾਂਗੇ, ਉਸ ਸਮੇਂ ਫਿਰ ਅਸੀਂ ਜਿਹੜਾ ਲੋਕਾਂ ਦਾ ਰਾਜ ਜਿਹੜਾ ਸਿਰਜਾਂਗੇ। ਇਹਦੇ 'ਚ ਕੋਈ ਗੱਲ ਨਹੀਂ ਹੈ ਨੇ, ਅੱਜ ਵੀ ਹੈ ਨੇ। ਤੁਹਾਡੀ ਜਿਹੜੀ ਗੱਲ ਹੈ ਨਾ 1000 ਰੁਪਏ ਵਾਲੇ, ਉਹ ਹੈ ਨੇ। ਪਰ ਤੁਸੀਂ ਇਹ ਗੱਲ ਵੀ ਮੰਨੋਗੇ ਕਿ ਪਹਿਲੇ ਵਰਗੇ ਹਾਲਾਤ ਹੁਣ ਨਹੀਂ ਹੈਗੇ। ਬਿਲਕੁਲ, ਲੋਕਾਂ ਦੇ ਸਵਾਲ ਬਦਲ ਗਏ ਨੇ। ਜਿਹੜੇ ਸਵਾਲ ਅੱਗੇ ਸਿਵਿਆਂ ਤੱਕ ਸੀਮਤ ਸੀ ਨਾ, ਗਲੀਆਂ ਨਾਲੀਆਂ ਤੱਕ ਸੀਮਤ ਸੀ, ਅੱਜ ਉੱਥੇ ਨਹੀਂ ਰਹਿ ਗਏ। ਬੇਸ਼ੱਕ ਹੀ ਸਾਰੇ ਪੰਜਾਬ ਨੂੰ ਨਹੀਂ ਬਦਲ ਸਕੇ। ਤੁਹਾਡੀ ਗੱਲ ਵਿੱਚ ਟੋਕਦੇ ਆ, ਮੈਂ ਇਹ ਪੁੱਛਣਾ ਚਾਹਣਾ, ਜਿਸ ਤਰ੍ਹਾਂ ਤੁਸੀਂ ਸੁਖਬੀਰ ਬਾਦਲ ਦਾ ਵਿਰੋਧ ਕੀਤਾ, ਨਰਿੰਦਰ ਮੋਦੀ ਦਾ ਕੀਤਾ, ਚਰਨਜੀਤ ਚੰਨੀ ਦੁੱਧ ਹੈ? ਚਰਨਜੀਤ ਚੰਨੀ ਨੂੰ ਅਸੀਂ ਜਾ ਕੇ ਗਲੇ ਤੋਂ ਨਹੀਂ ਫੜ ਸਕੇ, ਕਿਉਂਕਿ ਉਹਦੇ ਕੋਲ Z+ ਸਿਕਿਉਰਿਟੀ ਸੀ। ਚਰਨਜੀਤ ਚੰਨੀ ਨੂੰ ਵੇਖੋ, ਸਾਡੇ ਨਾਲ, ਮੈਂ ਕਹਿੰਦਾ ਚਰਨਜੀਤ ਚੰਨੀ ਨੇ ਸਾਡੇ ਤੋਂ ਡਰਦਿਆਂ ਹੋਇਆ ਨਾ ਸਾਡੇ ਨਾਲ ਧੋਖਾ ਕੀਤਾ। ਅਸੀਂ 2 ਦਿਨ ਪਹਿਲੋਂ ਪ੍ਰਸ਼ਾਸਨ ਨੂੰ ਕਹਿਤਾ ਕਿ ਅਸੀਂ ਚਰਨਜੀਤ ਚੰਨੀ ਨੂੰ ਕਰਨੇ ਨੇ ਸਵਾਲ, ਉਹਨੂੰ ਕਹੋ ਵੀ ਸਾਡੇ ਸਵਾਲਾਂ ਦਾ ਜਵਾਬ ਦੇਵੇ, ਜੇ ਨਾ ਦੇਗਾ ਅਸੀਂ ਵਿਰੋਧ ਕਰਾਂਗੇ। ਉਹਨਾਂ ਦੇ ਲੀਡਰਾਂ ਨੂੰ ਕਹਿ ਦਿੱਤਾ। ਸਾਨੂੰ ਕਹਿੰਦੇ ਵੀ ਉਹ ਮੰਨ ਗਿਆ, ਤੁਹਾਨੂੰ ਸਮਾਂ ਦਵਾਵਾਂਗੇ। ਸਵੇਰ ਤੋਂ ਲੈ ਕੇ ਸਾਨੂੰ ਫੋਨ ਕਰਨੇ ਸ਼ੁਰੂ ਕੀਤੇ ਕਿ ਆ ਜਾਓ, ਤੁਹਾਡੇ ਨਾਲ ਸਮਾਂ ਤੈਅ ਹੋ ਗਿਆ। 12 ਵਜੇ ਦਾ ਸਮਾਂ ਤੈਅ ਹੋ ਗਿਆ। 12 ਵਜੇ ਸਾਨੂੰ ਆਏ, ਉਹ ਲੈ ਕੇ ਗਏ। ਚਰਨਜੀਤ ਚੰਨੀ ਅੰਦਰ ਬੈਠਾ ਹੋਇਆ ਸੀ। ਸਾਨੂੰ ਸਾਰੇ SSP ਤੱਕ ਲੈਵਲ ਦੇ ਅਫਸਰ ਸਾਰੇ ਆਏ, ਸਾਨੂੰ ਅੰਦਰ ਲੈ ਕੇ ਗਏ। ਸਾਡੇ ਬੰਦੇ ਸੀ ਜਿਹੜੇ, ਅਸੀਂ ਉਹਨਾਂ ਨੂੰ ਬਾਹਰ ਖਿਲਾਤਾ ਉਹਨਾਂ ਦੀ ਰਜਾਮੰਦਗੀ ਨਾਲ ਕਿ ਤੁਸੀਂ ਇੱਥੇ ਰੱਖੋ। ਅਸੀਂ ਜਿਹੜੇ ਨੇ ਕੋਈ ਉਹਨਾਂ ਦਾ ਸਿਕਿਉਰਿਟੀ ਦਾ ਹੈਗਾ ਮਸਲਾ, ਚਲੋ ਅਸੀਂ ਉਹਨਾਂ ਦੀ ਮਰਜ਼ੀ ਨਾਲ, ਉਹਨਾਂ ਦੀ ਰਾਏ ਨਾਲ, ਉਹਨਾਂ ਦੀ ਇਜਾਜ਼ਤ ਦੇ ਨਾਲ ਅਸੀਂ ਅੰਦਰ ਗਏ। ਸਾਨੂੰ ਅੰਦਰ ਲਿਜਾਇਆ ਗਿਆ। ਸਾਨੂੰ ਚਾਹ ਪੁੱਛੀ ਗਈ ਕਿ ਤੁਸੀਂ ਬੈਠੋ, ਚਾਹ ਪੀਓ। ਚੰਨੀ ਸਾਹਿਬ ਚਾਹ ਪੀਂਦੇ ਪਏ ਨੇ, ਉਹ ਆ ਕੇ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ, ਤੁਹਾਨੂੰ ਮਿਲਾ ਕੇ ਜਾਵਾਂਗੇ। ਚੰਨੀ ਸਾਹਿਬ ਚਾਹ ਪੀ ਰਹੇ ਨੇ, ਇੱਥੇ ਅਸੀਂ ਖੜੇ ਹੋਏ ਹਾਂ। ਸਾਨੂੰ ਧੋਖਾ ਦੇ ਕੇ ਚੰਨੀ ਸਾਹਿਬ ਗੱਡੀ 'ਚ ਬਹਿ ਕੇ ਤੇ ਨਿਕਲ ਗਏ। ਅਸੀਂ ਉਸੇ ਟਾਈਮ ਹੀ ਉਹਨਾਂ ਨੂੰ ਨਾਅਰੇ ਮਾਰ ਕੇ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਮੁੜ ਕੇ 1 ਘੰਟਾ ਅਸੀਂ ਰਾਣੇ ਸੋਢੀ ਨੂੰ ਉਹਦੇ ਘਰ 'ਚ ਤਾੜੀ ਰੱਖਿਆ ਕਿ ਤੁਸੀਂ ਸਾਡੇ ਨਾਲ ਧੋਖਾ ਕੀਤਾ। ਧੋਖਾ ਕਰਕੇ ਨਿਕਲ ਗਿਆ। ਕੋਈ ਦੁੱਧ ਧੋਤਾ ਨਹੀਂ ਹੈਗਾ। ਸਵਾਲ ਸਾਰਿਆਂ ਲਈ ਖੜੇ ਨੇ, ਸਾਰਿਆਂ ਨੂੰ ਕਰਾਂ। ਕਦੇ ਇਹ ਹੋ ਸਕਦਾ ਵੀ ਜਿਹੜਾ ਮਹਿਮਾ ਸਾਹਿਬ ਇਲੈਕਸ਼ਨ ਲੜਦੇ ਨਜ਼ਰ ਆਉਣਗੇ ਕਿਸੇ ਨਾ ਕਿਸੇ ਖਾਸ ਪਾਰਟੀ 'ਚੋਂ ਆਜ਼ਾਦ? ਸਵਾਲ ਨਹੀਂ ਪੈਦਾ ਹੁੰਦਾ। ਸਾਨੂੰ ਜਿਹੜੇ ਸਿਸਟਮ ਤੇ ਵਿਸ਼ਵਾਸ ਹੀ ਨਹੀਂ ਹੈਗਾ, ਅਸੀਂ ਉਸ ਸਿਸਟਮ 'ਚ ਕਿਉਂ ਗਰਕਾਂਗੇ? ਉਸ ਤੋਂ ਬਾਅਦ ਜੇਕਰ, ਕਿਉਂਕਿ ਪੰਜਾਬ ਦੇ ਕਰਜ਼ੇ ਮਾਫ ਨਹੀਂ ਹੋਏ, ਕਿਸਾਨ ਪਹਿਲਾਂ ਵੀ ਆਤਮ ਹੱਤਿਆ ਕਰਦੇ ਸੀ, 3 ਕਾਨੂੰਨ ਰੱਦ ਹੋ ਗਏ, ਕੋਈ ਬਾਹਲੀ ਵੱਡੀ ਮਾਰ ਨਹੀਂ ਮਾਰਦੀ। ਉਦੋਂ ਪਹਿਲਾਂ ਵੀ ਸਾਡੇ ਹਾਲਾਤ ਇਹੋ ਜਿਹੇ ਸੀ। ਕੀ ਹੁਣ ਜਿਹੜਾ ਦਿੱਲੀ ਤੇ ਬਾਰਡਰਾਂ ਦਾ ਅੰਦੋਲਨ ਪੱਟ ਕੇ ਜਿਹੜਾ ਹੈਗਾ ਚੰਡੀਗੜ੍ਹ ਲੈ ਕੇ ਜਾਓਗੇ? ਵੇਖੋ ਜੀ, ਇੱਕ ਤਾਂ ਗੱਲ ਇਹ ਆ ਨਾ ਕਿ ਪਹਿਲੋਂ ਵੀ ਲੋਕ ਸੁਸਾਈਡ ਕਰਦੇ ਸੀ। ਕਾਨੂੰਨ ਤਾਂ ਹੁਣ ਆਏ ਸੀ। ਕਾਨੂੰਨ ਆਉਣ ਤੋਂ ਪਹਿਲੋਂ ਵੀ ਲੋਕਾਂ ਦੇ ਹਾਲਤ ਚੰਗੇ ਨਹੀਂ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਇਹਦੇ ਨਾਲ ਜਿਹੜਾ ਅੱਜ ਦੇ ਸੰਘਰਸ਼ ਦੀ ਪ੍ਰਾਪਤੀ ਹੈ ਨਾ, ਕੋਈ ਇਕੱਲੇ 3 ਕਾਨੂੰਨ ਰੱਦ ਕਰਾਉਣਾ ਇਹਦੀ ਪ੍ਰਾਪਤੀ ਨਹੀਂ ਗੀ।
ਇਸ ਸੰਘਰਸ਼ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਨੇ। ਮੈਂ ਕਹਿੰਦਾ ਜੇ ਮੰਨ ਲਓ ਕਾਨੂੰਨ ਰੱਦ ਹੀ ਨਾ ਹੁੰਦੇ, ਸਰਕਾਰ ਨਾ ਕਰਦੀ, ਤਦ ਵੀ ਅੱਜ ਦੇ ਸਮੇਂ ਪ੍ਰਾਪਤੀਆਂ ਬਹੁਤ ਵੱਡੀਆਂ ਸੀ। ਜਿਹੜਾ ਆ ਸਾਰਾ ਢਕੌਂਸਲਾ ਚੱਲਿਆ, ਮੋਦੀ ਆਉਂਦਾ ਹੈ ਸਵੇਰੇ ਸਵੇਰੇ ਟੀਵੀ ਤੇ ਕਹਿ ਕੇ ਜੀ ਮੈਂ ਕਾਨੂੰਨ ਰੱਦ ਕੀਤੇ, ਚਲਾ ਜਾਂਦਾ ਹੈ, ਮੁੜ ਕੇ ਜਥੇਬੰਦੀਆਂ ਨਾਲ ਮੀਟਿੰਗ ਨਹੀਂ ਕਰਦਾ, ਮਤਲਬ ਬਹਿੰਦੇ ਨਹੀਂ ਗੇ। ਇਹ ਸਾਰਾ ਢਕੌਂਸਲਾ ਚੱਲਿਆ ਕਿਉਂ? ਇਸ ਵਾਸਤੇ ਆ ਕਿ ਲੋਕਾਂ ਨੇ ਜਿਹੜੀ ਜਿੱਤ ਜਿੱਤੀ ਏ ਉਹਦਾ ਜਿਹੜਾ ਜਿੰਨਾ ਵਜਨ ਏ ਉਹਨੂੰ ਹਲਕਾ ਕਿਵੇਂ ਕੀਤਾ ਜਾਵੇ। ਸਪਸ਼ਟ ਗੱਲ ਏ, ਸੰਯੁਕਤ ਮੋਰਚਾ ਬਣਿਆ, ਇਹ ਪ੍ਰਾਪਤੀ ਸਾਰਿਆਂ ਤੋਂ ਵੱਡੀ। ਸੰਯੁਕਤ ਮੋਰਚੇ ਦੇ ਬੈਨਰ ਦੇ ਥੱਲੇ ਅਸੀਂ ਕਰਨਾਟਕ ਗਏ, ਕੇਰਲਾ ਗਏ, ਬੰਗਾਲ ਗਏ, ਉੱਤਰਾਖੰਡ ਗਏ, ਸਾਰੀ ਜਗ੍ਹਾ ਦੇ ਕਿਸਾਨਾਂ ਦੇ ਨਾਲ ਮਿਲੇ ਗਿਲੇ, ਉਹਨਾਂ ਨੇ ਸੰਯੁਕਤ ਮੋਰਚੇ 'ਚ ਆਉਣ ਦੀ ਪੇਸ਼ਕਸ਼ ਕੀਤੀ। ਇਹ ਸਾਰੇ ਭਾਰਤ ਪੱਧਰ ਦਾ ਇੱਕ ਪਲੇਟਫਾਰਮ, ਇਹ ਸਾਡੀ ਪ੍ਰਾਪਤੀ। ਅੱਜ ਦਾ ਜਿਹੜਾ ਨੌਜਵਾਨ ਹੈ, ਅੱਜ ਦੇ ਨੌਜਵਾਨ ਦੇ ਵਿੱਚ ਇੱਕ ਹੌਸਲਾ ਆਇਆ, ਇੱਕ ਨਵਾਂ ਹੌਸਲਾ ਉਹਦੇ ਵਿੱਚ ਪੈਦਾ ਹੋਇਆ। ਰਾਜਨੀਤਿਕ ਸਮਝ ਉਹਦੀ ਬਦਲੀ, ਰਾਜਨੀਤਿਕ ਸਮਝ ਵਧੀ ਉਹਦੀ। ਇਹ ਸਾਡੀ ਪ੍ਰਾਪਤੀ। ਜਿਹੜੀ ਮੈਂ ਗੱਲ ਅੱਗੇ ਵੀ ਕੀਤੀ ਕਿ ਸਾਡੇ ਸਵਾਲ ਬਦਲ ਗਏ। ਅੱਜ ਇਹ ਸਵਾਲ ਹੈ ਕਿ ਛੱਡੋ ਤੁਸੀਂ 300 ਯੂਨਿਟ ਨੂੰ, ਛੱਡੋ ਤੁਸੀਂ ਆਲੂਆਂ ਨੂੰ, ਦਾਲ ਨੂੰ। ਤੁਹਾਡੀ ਗੱਲ ਵਿੱਚ ਆ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਰਾਜਨੀਤੀ ਹੋ ਰਹੀ ਆ ਉਹ ਤਾਂ ਲੋਕਾਂ ਨੂੰ ਭਿਖਾਰੀ ਬਣਾ ਰਿਹਾ। ਰੋਜ਼ਗਾਰ ਦੀ ਕਿਤੇ ਗੱਲ ਨਹੀਂ ਹੋ ਰਹੀ, ਸਭ ਕੁਝ ਫ੍ਰੀ, ਬਿਜਲੀ ਫ੍ਰੀ ਲੈ ਜਾਓ, ਤੁਹਾਡੇ ਬੱਚਿਆਂ ਦੀ ਫੀਸ ਨਹੀਂ ਲੈਂਦੇ, ਤੁਹਾਨੂੰ ਸਿਹਤ ਫ੍ਰੀ ਦੇਵਾਂਗੇ, ਕੋਈ ਕਹਿੰਦਾ 1000 ਰੁਪਇਆ ਬੁੜੀਆਂ ਨੂੰ ਵੀ ਦੇਵਾਂਗੇ, ਤੁਹਾਡੀਆਂ ਟਿਕਟਾਂ ਨਹੀਂ ਲੱਗਦੀਆਂ ਅੱਜ ਕੱਲ੍ਹ। ਯਾਰ ਇਹ ਕਿਹੜੇ ਪਾਸੇ ਜਾਈ ਜਾਂਦੇ ਆ ਬੰਦੇ? ਕਿਉਂਕਿ ਮੈਂ ਉਹੀ ਕਹਿ ਰਿਹਾ ਨਾ, ਉਹ ਸਮਾਂ ਲੰਘ ਗਿਆ। ਉਹ ਸਮਾਂ ਸੀ ਜਦੋਂ ਰਾਜਨੀਤਿਕ ਚੇਤਨਾ ਦੀ ਲੋਕਾਂ ਦੀ ਘਾਟ ਸੀ। ਮੈਂ ਕਹਿੰਦਾ ਜਿਹੜੀ ਕਮਾਈ ਦੀ ਗੱਲ ਹੈ ਨਾ, ਜਿਹੜੀ ਪ੍ਰਾਪਤੀ ਦੀ, ਇਹ ਸੰਯੁਕਤ ਮੋਰਚੇ ਦੀ ਹੈ, ਸੰਘਰਸ਼ ਦੀ ਪ੍ਰਾਪਤੀ ਹੈ। ਸਵਾਦ ਬਦਲ ਗਏ ਨੇ। ਲੋਕ ਕਹਿਣ ਲੱਗ ਪਏ ਨੇ ਕਿ ਅਸੀਂ ਮੰਗਤੇ ਨਹੀਂ, ਸਾਨੂੰ ਤੁਸੀਂ ਯੂਨਿਟਾਂ ਦਿਓ। ਜਵਾਬ ਇਹ ਦਿਓ ਕਿ ਤੁਹਾਡੀ ਸਰਕਾਰ ਆਉਣ ਤੋਂ ਬਾਅਦ WTO ਦਾ ਕੀ ਕਰੋਗੇ? ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਨਾਲ ਜਿਹੜੇ ਸਮਝੌਤੇ ਕੀਤੇ ਨੇ ਉਹਨਾਂ ਦਾ ਕੀ ਕਰੋਗੇ? ਆਰਥਰ ਡੰਕਲ ਦਾ ਜਿਹੜਾ ਲਿਖਿਆ ਹੋਇਆ ਖਰੜਾ ਸੀ, ਉਹਦੇ ਅਨੁਸਾਰ ਜਿਹੜੀਆਂ ਸਿਫਾਰਿਸ਼ਾਂ ਉਹਨੇ ਲਾਗੂ ਕੀਤੀਆਂ, ਭਾਰਤ ਉਸ ਸਮਝੌਤੇ ਦੇ ਵਿੱਚ ਗਿਆ, ਬਾਹਰ ਨਿਕਲੇਗਾ ਕਿ ਨਹੀਂ ਨਿਕਲੇਗਾ? ਇਹ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਤਾਂ ਇਹ ਸਵਾਲ ਬਦਲ ਗਏ, ਅਸੀਂ ਮੰਗਤੇ ਨਹੀਂ ਗਏ। ਮਹਿਮਾ ਸਾਹਿਬ, ਇਹ ਤਾਂ ਚਲੋ ਇੰਡੀਆ ਲੈਵਲ ਤੇ ਆ। ਜੇਕਰ ਤੁਸੀਂ, ਇਹ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹੈਗਾ ਇਹਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਕੋਸ਼ਿਸ਼ ਕਰੋ, ਜੇ ਕਿਉਂਕਿ ਹਰ ਇੱਕ ਬੰਦਾ ਝੂਠ ਮਾਰ ਕੇ ਵੋਟਾਂ ਲਈ ਜਾਂਦਾ, ਕਿਉਂਕਿ ਕਿਸੇ ਨੂੰ ਤਾਂ ਪਾਉਣੀਆਂ ਹੀ। ਅਗਲਾ ਕਹਿੰਦਾ ਦੋ ਤਾਂ ਦੁਖਿਆ, ਤੀਜੇ ਆ ਗਏ ਇਹਨੂੰ ਪਾ ਦਿਓ, ਨਹੀਂ ਤੀਜੇ ਨਾਲ ਚੌਥੇ ਨੂੰ ਪਾ ਦਿਓ। ਇਹ ਤਾਂ ਫਿਰ ਉਹ ਗੱਲ ਆ ਵੀ ਸ਼ਰਾਬ ਉਹੀ ਆ, ਬੋਤਲਾਂ ਬਦਲੀ ਜਾਂਦੀਆਂ। ਵੇਖੋ ਜੀ, ਜਿਸ ਚੀਜ਼ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਲੋੜ ਹੈ ਉਹ ਤਾਂ ਇਹਨਾਂ ਦੇ ਮੂੰਹੋਂ ਹੀ ਕਦੇ ਨਹੀਂ ਨਿਕਲੀ। ਕਿਹਨੂੰ ਕਾਨੂੰਨੀ ਦਸਤਾਵੇਜ਼ ਬਣਾਓਗੇ? ਅੱਜ ਉਦਾਹਰਨਾਂ ਦੇਣ ਵਾਲੇ ਕੇਜਰੀਵਾਲ ਦੀਆਂ ਉਦਾਹਰਨਾਂ ਦਿੱਤੀ ਜਾਂਦੇ ਨੇ ਕਿ ਵੇਖੋ ਜੀ ਕੇਜਰੀਵਾਲ ਵੀ ਤਾਂ ਥੱਲੋਂ ਉੱਠ ਕੇ ਮੁੱਖ ਮੰਤਰੀ ਬਣ ਗਿਆ। ਦਿੱਲੀ 'ਚ ਕੀ ਬਦਲ ਗਿਆ? ਮੁੱਦਾ ਕੀ ਹੈ? ਸਵਾਲ ਕੀ ਹੈ? ਮੈਂ ਤਾਂ ਇੱਕ ਆਮ ਸਿੱਧਾ ਸਾਦਾ ਜੱਟ ਹਾਂ, ਮੈਨੂੰ ਉਹੀ ਗੱਲਾਂ ਆਉਂਦੀਆਂ ਨੇ। ਤੁਹਾਡੇ ਕੋਲ ਇੱਕ ਤੱਕੜੀ ਫੜੀ, ਤੱਕੜੀ ਦੇ ਵਿੱਚ ਇੱਕ ਪਾਸੇ ਤੁਸੀਂ 9 ਕਿਲੋ 750 ਗ੍ਰਾਮ ਵਜਨ ਪਾਇਆ, ਦੂਜੇ ਪਾਸੇ ਤੁਸੀਂ 250 ਗ੍ਰਾਮ ਵਜਨ ਪਾਇਆ। ਤੁਸੀਂ 250 ਗ੍ਰਾਮ ਵਾਲਿਆਂ ਨੂੰ ਕਹਿੰਦੇ ਜੇ ਕਿ ਤੁਹਾਨੂੰ ਵਜਨ ਬਰਾਬਰ ਇਹਨਾਂ ਦੇ ਕਰਕੇ ਦਿਆਂਗੇ, ਠੀਕ ਹੈ। ਜਿੱਧਰ 9 ਕਿਲੋ 750 ਗ੍ਰਾਮ ਹੈ, ਤੁਸੀਂ ਕਹਿੰਦੇ ਜੀ ਇਧਰੋਂ ਨਹੀਂ ਕੱਢਣਾ, ਅਸੀਂ ਇਧਰੋਂ ਨਹੀਂ ਵਜਨ ਕੱਢਣਾ, ਪਰ ਇਹਨਾਂ ਨੂੰ ਤੁਹਾਨੂੰ ਬਰਾਬਰ ਕਰਕੇ ਦਿਆਂਗੇ। ਕੀ ਹੋ ਜਾਏਗਾ? ਹੋ ਸਕਦਾ 50-50 ਗ੍ਰਾਮ ਦੀਆਂ ਵੱਟੀਆਂ ਨੇ, ਉਹਨੂੰ ਇੱਥੋਂ ਚੱਕ ਲਓ ਉੱਥੇ ਰੱਖ ਦਿਓ, ਉੱਥੋਂ ਚੱਕ ਲਓ ਉੱਥੇ ਰੱਖ ਲਿਓ, ਉਹ ਰਹਿਣਾ 250 ਗ੍ਰਾਮ ਹੀ ਹੈ। ਉਧਰ ਪੌਣੇ 10 ਕਿਲੋ ਹੀ ਰਹਿਣਾ, ਜਿੰਨਾ ਚਿਰ ਉਧਰੋਂ ਕੱਢ ਕੇ ਵਜਨ ਇੱਧਰ ਨਹੀਂ ਪੈਂਦੇ, ਬਰਾਬਰ ਨਹੀਂ ਹੋਣਾ। ਇੱਕ ਕੇਜਰੀਵਾਲ, ਮੇਰੀ ਜਿਹੜੀ ਗੱਲ ਰਹਿ ਗਈ, ਕੇਜਰੀਵਾਲ ਨੂੰ ਸਵਾਲ ਕੀਤਾ ਸੀ ਇਹ ਕਿ ਕਾਰਪੋਰੇਟ ਘਰਾਣਿਆਂ ਬਾਰੇ ਤੁਸੀਂ ਕੀ ਸੋਚਦੇ ਹੋ? ਤਾਂ ਕੇਜਰੀਵਾਲ ਦਾ ਜਵਾਬ ਸੀ ਕਿ ਕਾਰਪੋਰੇਟ ਤੋਂ ਬਗੈਰ ਦੇਸ਼ ਨਹੀਂ ਚੱਲ ਸਕਦਾ। ਕੌਣ ਕਹਿੰਦਾ ਕਾਰਪੋਰੇਟ ਤੋਂ ਬਿਨਾਂ ਦੇਸ਼ ਨਹੀਂ ਚੱਲ ਸਕਦਾ? ਦੇਸ਼ ਕਿਸਾਨ ਤੋਂ ਬਿਨਾਂ ਨਹੀਂ ਚੱਲ ਸਕਦਾ, ਦੇਸ਼ ਮਜ਼ਦੂਰ ਤੋਂ ਬਿਨਾਂ ਨਹੀਂ ਚੱਲ ਸਕਦਾ, ਦੇਸ਼ ਔਰਤਾਂ ਤੋਂ ਬਿਨਾਂ ਨਹੀਂ ਚੱਲ ਸਕਦਾ, ਦੇਸ਼ ਨੌਜਵਾਨਾਂ ਤੋਂ ਬਿਨਾਂ ਨਹੀਂ ਚੱਲ ਸਕਦਾ। ਕਾਰਪੋਰੇਟ ਤੋਂ ਬਿਨਾਂ ਦੇਸ਼ ਚੱਲ ਸਕਦਾ। ਤਾਂ ਸਵਾਲ ਸਾਰਿਆਂ ਤੋਂ ਵੱਡਾ ਇਹ ਆ, ਕੋਈ ਮਾਈ ਦਾ ਲਾਲ ਵੋਟਾਂ ਲੈਣ ਆਵੇ ਤੇ ਇਹ ਸਾਡੇ ਨਾਲ ਵਾਅਦਾ ਕਰੇ ਕਿ ਜੇ ਸਾਡੀ ਸਰਕਾਰ ਬਣੀ, ਮੈਂ ਅਦਾਨੀ ਤੇ ਅੰਬਾਨੀ ਦੀ ਕੁੱਲ ਜਾਇਦਾਦ ਜ਼ਬਤ ਕਰਾਂਗਾ, ਕਿਉਂਕਿ ਉਹ ਪਾਪਾਂ ਦੀ ਕਮਾਈ ਹੋਈ ਹੈ, ਝੂਠ ਦੀ ਕਮਾਈ ਹੈ। ਉਹਨੂੰ ਕੁੱਲ ਜਾਇਦਾਦ ਨੂੰ ਜ਼ਬਤ ਕਰਕੇ ਲੋਕਾਂ ਦੇ ਵਿੱਚ ਵੰਡਾਂਗਾ,
ਅੱਗੇ ਤੋਂ ਉਹਨਾਂ ਦੇ ਕਮਾਈ ਦੇ ਸਾਰੇ ਸਾਧਨ ਖੋਵਾਂਗਾ, ਸਾਰੇ ਸਾਧਨ ਖੋ ਕੇ ਉਹਨਾਂ ਨੂੰ ਸਰਕਾਰੀ ਹੱਥਾਂ 'ਚ ਲਿਆਵਾਂਗਾ ਤੇ ਉਹਨਾਂ ਦੀ ਜਿਹੜੀ ਕਮਾਈ ਏ ਉਹ ਲੋਕਾਂ 'ਚ ਵੰਡਾਂਗਾ। ਕੋਈ ਕਰੇ ਵਾਅਦਾ, ਫਿਰ ਉਹਨੂੰ ਕਹਾਂਗੇ ਇਹਨੂੰ ਕਾਨੂੰਨੀ ਦਸਤਾਵੇਜ਼ ਬਣਾਓ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਕਿਹੜੀ ਪਾਰਟੀ ਦੀ ਸਪੋਰਟ ਕਰੂ? ਕਿਸੇ ਦੀ ਵੀ ਨਹੀਂ। ਵੋਟਾਂ ਨਹੀਂ ਪਾਉਣ ਜਾਂਦੇ? ਨਾ, ਮਤਲਬ ਕਿ ਤੁਹਾਨੂੰ ਡੈਮੋਕ੍ਰੇਸੀ ਤੇ ਵਿਸ਼ਵਾਸ ਨਹੀਂ? ਡੈਮੋਕ੍ਰੇਸੀ ਦਾ ਇਹਦੇ 'ਚ ਸਵਾਲ ਹੀ ਨਹੀਂ ਹੈਗਾ। ਡੈਮੋਕ੍ਰੇਸੀ ਕਿੱਥੇ ਹੈਗੀ? ਡੈਮੋਕ੍ਰੇਸੀ ਦਾ ਕੋਈ ਸਵਾਲ ਹੀ ਨਹੀਂ ਹੈਗਾ। ਤੁਹਾਨੂੰ ਵੋਟ ਪਾਉਣ ਦਾ ਹੱਕ ਹੈ, ਇਹ ਕੋਈ ਇਹਨੇ ਨਾਲ ਡੈਮੋਕ੍ਰੇਸੀ ਥੋੜਾ। ਸਾਨੂੰ ਵਾਪਸ ਬੁਲਾਉਣ ਦਾ ਹੱਕ ਹੈਗਾ। ਜਿਹੜਾ ਸਾਨੂੰ ਨਹੀਂ ਪਸੰਦ ਸਾਨੂੰ ਵਾਪਸ ਬੁਲਾਉਣ ਦਾ ਹੱਕ ਤਾਂ ਨਹੀਂ ਨਾ ਹੈਗਾ। ਡੈਮੋਕ੍ਰੇਸੀ ਵੇਖ ਲਓ। ਤੁਸੀਂ ਚਾਹੁੰਦੇ ਹੋ ਵੀ ਐਮਐਲਏ ਐਮਪੀ ਵਾਪਸ ਬੁਲਾਏ ਜਾਣ ਵਾਸਤੇ ਵੋਟਾਂ ਪੈਣ? ਜਦੋਂ ਸਾਨੂੰ ਨਹੀਂ ਉਹ ਕੰਮ ਉਹਦਾ ਠੀਕ ਲੱਗਦਾ, ਉਹ ਨਹੀਂ ਆਪਦੇ ਵਾਅਦਿਆਂ ਤੇ ਪੂਰਾ ਉਤਰਦਾ, ਤਾਂ ਸਾਨੂੰ ਹੱਕ ਹੋਣਾ ਚਾਹੀਦਾ ਕਿ ਨਹੀਂ ਅਸੀਂ ਇਹਨੂੰ ਨਹੀਂ ਰੱਖਣਾ ਚਾਹੁੰਦੇ, ਵਾਪਸ ਬੁਲਾਉਣਾ। ਪਰ ਇਹਦੋਂ ਵੀ ਵੱਡੀ ਗੱਲ ਏ, ਡੈਮੋਕ੍ਰੇਸੀ ਤਾਂ ਏ ਕਿ ਮਰਜ਼ੀ ਤੁਹਾਡੀ ਚੱਲਦੀ ਹੋਵੇ। ਡੈਮੋਕ੍ਰੇਸੀ ਤਾਂ ਏ ਜਿੱਥੇ ਸਾਰਿਆਂ ਨੂੰ ਅਧਿਕਾਰ ਬਰਾਬਰ ਦੇ ਹੋਣ। ਕੱਲੀ ਵੋਟ ਪਾਉਣ ਦੇ ਅਧਿਕਾਰ ਨਾਲ ਡੈਮੋਕ੍ਰੇਸੀ ਨਹੀਂ ਬਣ ਜਾਂਦੀ। ਨਹੀਂ, ਜੇਕਰ ਮਹਿਮਾ ਸਾਹਿਬ ਦੇਖਿਆ ਜਾਵੇ ਡੈਮੋਕ੍ਰੇਸੀ ਸੀਗੀ, ਜੇਕਰ ਇਹ ਅੰਦੋਲਨ ਆਪਾਂ ਦੁਬਈ ਲਾਇਆ ਹੁੰਦਾ ਸ਼ਾਇਦ ਇਹ ਲੱਗ ਨਹੀਂ ਸਕਦਾ ਸੀਗਾ। ਫਿਰ ਵੀ ਚਾਹੇ ਜੋ ਮਰਜ਼ੀ ਆ, ਅੰਦੋਲਨ ਕਰਨ ਦਾ ਹੱਕ ਆ। ਇਹ ਗੱਲ ਆ ਵੀ ਸਾਲ ਲੱਗ ਗਿਆ, ਉਹ ਤਾਂ ਚਲੋ ਗਵਰਨਮੈਂਟ ਦੀ ਹੈ ਨਾ, ਜੋ ਉਹਨਾਂ ਦੀ ਪਾਲਿਸੀ ਆ। ਥੋੜਾ ਮੋਟਾ ਤਾਂ ਆਪਾਂ ਦੁਨੀਆ ਤੋਂ ਅੱਗੇ ਆ। ਨਹੀਂ, ਅੱਗੇ ਤਾਂ ਵੇਖੋ, ਜਿਹੜਾ ਹੱਕ ਦੀ ਗੱਲ ਹੈ ਨਾ, ਹੱਕ ਹੁੰਦਾ ਹੈ ਕਿ ਕੋਈ ਤੁਹਾਨੂੰ ਹੱਕ ਦੇ ਦੇਵੇ ਕਿ ਆ ਲੋ ਭਈ ਆਹ ਹੱਕ ਹੈਗਾ। ਸਾਨੂੰ ਹੱਕ ਦਿੱਤਾ ਨਹੀਂ ਗਿਆ ਅੰਦੋਲਨ ਕਰਨ ਦਾ, ਇਹ ਅਸੀਂ ਹਾਸਲ ਕੀਤਾ। ਸਾਨੂੰ ਤਾਂ ਹਰਿਆਣੇ ਦੇ ਬਾਰਡਰਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਹ ਡੈਮੋਕ੍ਰੇਸੀ ਤਾਂ ਵੀ ਕਹਿੰਦੀ ਨਾ, ਜਿੱਥੇ ਕੋਈ ਜਾ ਕੇ ਪ੍ਰੋਟੈਸਟ ਕਰਨਾ ਚਾਹੁੰਦਾ ਉਹਨੂੰ ਕਰਨ ਦਿਓ। ਅਸੀਂ ਤਾਂ ਦਿੱਲੀ ਪਾਰਲੀਮੈਂਟ ਦੇ ਬਾਹਰ ਜਾਣਾ ਚਾਹੁੰਦੇ ਸਾਂ। ਪਾਰਲੀਮੈਂਟ ਕੋਈ ਇਹਨਾਂ ਦੇ ਪਿਓ ਦੀ ਜਾਇਦਾਦ ਥੋੜਾ, ਨਹੀਂ ਨਾ ਸਾਨੂੰ ਜਾਣ ਦਿੱਤਾ। ਇਹ ਸਾਨੂੰ ਰੋਕਿਆ ਨਾ। ਸਾਡਾ 700 ਕਿਸਾਨ ਸ਼ਹੀਦ ਹੋਇਆ। ਇਹ ਡੈਮੋਕ੍ਰੇਸੀ 'ਚ ਹੋ ਸਕਦਾ ਕਿ ਲੋਕ ਆਪਦੀ ਮੰਗ ਮੰਗਦੇ ਹੋਏ 700 ਲੋਕ ਮਾਰੇ ਜਾਣ? ਇਹ ਡੈਮੋਕ੍ਰੇਸੀ 'ਚ ਹੋ ਸਕਦਾ? ਬਿਲਕੁਲ। ਇਹ ਤੋਂ ਬਿਨਾਂ ਥੋੜੀ ਪਰਸਨਲ ਗੱਲ ਕਰਾਂ, ਪਰਿਵਾਰਕ ਮਾਤਾ ਜੀ ਨਾਲ ਨਹੀਂ, ਮਾਤਾ ਨਹੀਂ ਅਜੇ ਜਵਾਨ ਨੇ, ਮੈਂ ਮੰਨ ਲਿਆ। ਅਸਲ ਦੇ ਵਿੱਚ ਕੀ ਆ, ਜਦੋਂ ਮੰਨ ਲਓ ਜਿਸ ਤਰ੍ਹਾਂ ਇਹਨਾਂ ਦੀ ਵੀਡੀਓ ਵਾਇਰਲ ਹੁੰਦੀ ਹੈ ਕਿ ਇਹ ਬਾਅਦ ਦੇ ਵਿੱਚ ਨੋਨੀ ਮਾਂ ਨੂੰ ਹਨਾ ਕਹਿੰਦੇ ਵੀ ਨਜ਼ਰ ਆਉਂਦੇ ਆ, ਮਤਲਬ ਕਿ ਇੱਕ ਤਰ੍ਹਾਂ ਜਾਨ ਤੇ ਖਤਰਾ। ਤੇ ਜੋ ਇਹੋ ਜਿਹੀ ਜਾਨ ਖਤਰੇ 'ਚ ਪਾਉਂਦੇ, ਫਿਰ ਪਰਿਵਾਰ ਦਾ ਕਿਸ ਤਰ੍ਹਾਂ ਰਿਐਕਸ਼ਨ ਹੁੰਦਾ? ਕਈ ਵਾਰੀ ਬੰਦਾ ਘਰੋਂ ਜਾ ਵੜੇ ਇਹੋ ਜਿਹੀ ਗੱਲ ਦੇ ਵਿੱਚ, ਤਾਂ ਫਿਰ ਜਿਹੜੀਆਂ ਔਰਤਾਂ ਦਾ ਬੜਾ ਔਖਾ ਹੁੰਦਾ ਜੀਵਨ ਕੱਢਣਾ। ਔਖਾ ਤਾਂ ਹੁੰਦਾ, ਪਰ ਵੀਰ ਜੀ ਕੀ ਕਰੀਏ ਹੁਣ। ਇਹ ਮੰਨਦੇ ਲੜਾਈ ਨਹੀਂ? ਜਿਹੜੀ ਲੜਾਈ ਬਣ ਗਈ, ਲੜਾਈ ਤਾਂ ਇਹ ਲੜਨੀ ਪਵੇਗੀ। ਕਿਸੇ ਨਾ ਕਿਸੇ ਨੂੰ ਤਾਂ ਲੜਨੀ। ਹਾਂ, ਲੜਨੀ ਪਵੇਗੀ। ਅਸੀਂ 3 ਘਰ ਦੇ ਜੀ ਜਿਹੜੇ ਆ ਮੌਜੂਦ ਰਹਿੰਦੇ ਆ। ਹੁਣ 1.5 ਸਾਲ ਹੋ ਗਿਆ ਹੈ ਧਰਨੇ, ਪਹਿਲਾਂ ਸਟੇਸ਼ਨਾਂ 'ਤੇ ਚੱਲਦੇ ਰਹੇ ਨੇ, ਇੱਥੇ ਚੱਲਦੇ ਨੇ। ਮੈਂ ਸੁਣਿਆ ਮਹਿਮਾ ਸਾਹਿਬ ਦਾ ਬੀਪੀ ਦੀ ਵੀ ਗੋਲੀ ਲੱਗੀ ਵੀ ਹੈ। ਹਾਂਜੀ ਹਾਂਜੀ, ਤੇ ਦਵਾਈ ਚੱਲਦੀ ਹੈ। ਮਤਲਬ ਕਿਸ ਤਰ੍ਹਾਂ ਪਰਮਾਤਮਾ ਦਾ ਸ਼ੁਕਰ ਮੰਨਦੇ ਹੋ, ਜਾਂ ਤੁਹਾਡੀ ਨੌਲੇਜ ਇਸ ਤਰ੍ਹਾਂ ਦੀ ਹੈ ਵੀ ਚਲੋ ਕਿਉਂਕਿ ਕਿਸੇ ਨੂੰ ਤਾਂ ਲੜਨਾ ਪੈਣਾ? ਕਿਸ ਤਰ੍ਹਾਂ ਆਪਦੇ ਆਪਣੇ ਮਨ ਨੂੰ ਸਮਝਾਉਣੇ ਹੋ? ਬਸ ਪਹਿਲਾਂ ਸਾਡੇ ਬਾਪੂ ਜੀ ਸੀ ਸ਼ੁਰੂ ਤੋਂ ਲੈ ਕੇ, ਤੇ ਬਾਅਦ 'ਚ ਇਹ ਨੇ ਹੁਣ। ਹਾਂਜੀ, 28-30 ਸਾਲ ਹੋ ਗਏ ਨੇ ਇਹਨਾਂ ਨੂੰ ਵੀ। ਮਤਲਬ ਕਿ ਤੁਸੀਂ ਇਹਨਾਂ ਦੇ ਜਿਹੜਾ ਹੈਗਾ ਆਪਾਂ ਅੱਗੇ ਪੈਰ 'ਚ ਪੈਰ ਰੱਖ ਕੇ ਚੱਲਦੇ ਹੋ, ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਹੋ, ਕੋਈ ਚੱਕਰ ਨਹੀਂ? ਕੋਈ ਚੱਕਰ ਨਹੀਂ ਜੀ। ਸੋ ਨਾਲ ਇੱਕ ਇਹੋ ਜਿਹਾ ਬੰਦਾ ਬੈਠਾ ਮੇਰਾ ਯਾਰ ਆ ਸਾਹਿਬ 1 ਸਾਲ ਹੋ ਗਿਆ ਮਹਿਮਾ ਸਾਹਿਬ ਕਿਤੇ ਪਿੰਡ ਨਹੀਂ ਗਿਆ। ਇਹੋ ਜਿਹੇ ਬੰਦੇ ਮੈਂ ਕਹਿਣਾ ਇਹ ਸੱਚ ਹੈ। ਚਲੋ ਮੈਂ ਬਹੁਤ ਚਿਰ ਪਹਿਲਾਂ ਬਹੁਤ ਛਪਾਈਆਂ ਵੀ ਗੱਲਾਂ, ਜੇ ਮੈਂ ਗੱਲ ਕਰਾਂ 100 ਕੁ ਬੰਦਾ ਮਸਾਂ ਹੋਣਾ ਜਿਹੜਾ ਆਪਾਂ ਕਿ ਪੂਰੇ ਬਾਰਡਰਾਂ ਤੇ 100 ਤੋਂ ਘੱਟ ਹੋਊਗਾ। ਮੈਂ 2-3 ਦਰਜਨ ਬੰਦੇ ਹੋਣਗੇ, ਇਹ ਮੰਨ ਸਕਦੇ ਹਾਂ। ਇਹੋ ਜਿਹੇ ਬੰਦਿਆਂ ਨੂੰ ਕੀ ਕਹਿਣਾ ਚਾਹੋਗੇ ਬਾਈ, ਜਿਹੜੇ ਸਾਲ ਭਰ ਹੋ ਗਏ ਗਏ ਨਹੀਂ ਯਾਰ ਕਦੇ ਜਦੋਂ ਆਏ? ਹਾਂਜੀ ਬਿਲਕੁਲ, ਸਾਹਿਬ ਨੂੰ 1 ਸਾਲ ਤੇ 18 ਦਿਨ ਹੋ ਗਿਆ ਇਹਨੂੰ। ਦੇਖੋ ਜੀ, ਗੱਲ ਇਹ ਆ ਕਿ ਜਿਹੜਾ ਇੱਕ ਲੋਕਾਂ ਦਾ ਇਹ ਵਹਿਮ ਹੁੰਦਾ ਹੈ ਨਾ, ਜਾਂ ਲੋਕਾਂ ਨੂੰ ਇੱਕ ਖਦਸ਼ਾ ਹੈ ਕਿ ਇੱਥੇ ਸਾਰੇ ਲੋਕ ਆਪਦੇ ਹਿੱਤਾਂ ਲਈ ਕੁਝ ਵੀ ਕਰਦੇ ਨੇ, ਜਿਹੜਾ ਹਿੱਤਾਂ ਤੋਂ ਬਗੈਰ ਕੋਈ ਕੁਝ ਨਹੀਂ ਕਰਦਾ। ਸਾਹਿਬ ਹਰਾਂ ਨੇ ਉਹ ਜਿਹੜਾ ਲੋਕਾਂ ਦਾ ਵਹਿਮ ਤੋੜਿਆ, ਉਹ ਤੋੜਨ ਦੇ ਵੀ ਸਹਾਈ ਹੋਏ ਨੇ। ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਜਿਹੜਾ ਅੱਜ ਇਹ ਅਸੀਂ ਘੋਲ ਜਿੱਤਿਆ, ਇਹ ਸਾਹਿਬ ਹਰਾਂ ਦੇ ਸਿਰ ਤੇ ਹੀ ਜਿੱਤਿਆ। ਇਹ ਸਾਹਿਬ ਹਰਾਂ ਦੇ, ਚਲੋ ਸਾਡੀ ਐ ਨਹੀਂ ਹੈਗਾ ਕੋਈ ਤੁਹਾਡੀ, ਮੈਂ ਕਹਿੰਦਾ ਤੁਹਾਡੀ ਲੀਡਰਸ਼ਿਪ ਬਹੁਤ ਬਾਕਮਾਲ ਰਹੀ ਹੈ, ਪਰ ਇੱਕ ਸਟੇਬਲ ਰਹਿਣਾ, ਕਿਉਂਕਿ ਜੇ ਇੱਕ ਬੰਦਾ ਪਰਮਾਨੈਂਟ ਨਾਲ ਬੈਠਾ ਹੋਵੇ ਨਾ, ਤੰਬੂ ਨਾਲ ਉਹਨੂੰ ਜਿੰਦੇ ਲਾ ਕੇ 10-10 ਸਾਲ ਇੱਕ ਬੰਦਾ ਆ ਜਾਂਦਾ ਸੀ। ਦੇਖੋ ਸਾਡੇ ਲਈ ਸੰਭਵ ਹੀ ਨਹੀਂ ਸੀ, ਮੈਂ ਸਿੱਧੀ ਗੱਲ ਕਹਿਣਾ, ਸਾਡੇ ਲਈ ਨਹੀਂ ਸੰਭਵ ਸੀ। ਸਾਨੂੰ ਸਾਹਿਬ ਇੱਥੇ ਸੀ, ਸਾਨੂੰ ਪਤਾ ਹੈ ਵੀ ਸਾਡਾ ਇੱਕ ਪ੍ਰਬੰਧਕ ਉੱਥੇ ਹੈ ਆ, ਕੋਈ ਆਵੇ ਕੋਈ ਜਾਵੇ, ਹਰ ਜਗ੍ਹਾ ਵੇਖੋ ਜੇ ਇਹ ਵੀ ਜਾਂਦਾ ਆਉਂਦਾ
ਤਾਂ ਇੱਥੇ ਜਿਹੜਾ ਸਾਡਾ ਪ੍ਰਬੰਧ ਸੀ, ਕੋਈ ਨਵਾਂ ਬੰਦਾ ਆਉਂਦਾ ਉਹਨੂੰ ਨਹੀਂ ਸੀ ਪਤਾ ਸਾਡੀ ਫਲਾਣੀ ਚੀਜ਼ ਕਿੱਥੇ ਪਈ ਏ, ਬਿਜਲੀ ਦਾ ਪ੍ਰਬੰਧ ਕਿੱਧਰੋਂ ਏ, ਦੁੱਧ ਕਿੱਧਰੋਂ ਆਉਣਾ, ਇਹ ਨਹੀਂ ਸੀ ਪਤਾ। ਸੰਭਵ ਹੀ ਨਹੀਂ ਸੀ ਕਿ ਅਸੀਂ ਇਹਨੂੰ ਇਸ ਰੂਪ 'ਚ ਚਲਾ ਸਕਦੇ। ਫਿਰ ਸਾਹਿਬ ਐ ਨਹੀਂ ਵੀ ਗੁਰੂ ਨਾਨਕ ਸਾਹਿਬ ਨੇ ਕਿਹਾ ਮੁੱਖ ਸਲਾਹਨਮੰਦ ਕਿ ਕਦੇ ਵੀ ਕਿਸੇ ਨੂੰ ਮੂੰਹ ਤੇ ਨਾ ਸਲਾਓ, ਪਰ ਚਲੋ ਗੱਲ ਆਪਾਂ ਕਰਦੇ ਹੀ ਪਏ ਹਾਂ। ਕੱਲਾ ਇਹ ਨਹੀਂ ਵੀ ਇੱਥੇ ਰਿਹਾ ਏ, ਮੇਰੀ ਤਾਂ ਮੈਨੂੰ ਕਈ ਵਾਰ ਆਪ ਨੂੰ ਵੀ ਥੋੜਾ ਮਹਿਸੂਸ ਹੋਣ ਲੱਗ ਪੈਂਦਾ ਵੀ ਮੈਂ ਯਾਰ ਇੰਨੇ ਕਾਬਲ ਨਹੀਂ ਹੈਗਾ ਜਿੰਨਾ ਸਾਹਿਬ ਮੇਰੇ ਲਈ ਕਰਦਾ। ਚਲੋ ਮੇਰੇ ਇਕੱਲੇ ਲਈ ਨਹੀਂ ਕੀਤਾ, ਮਤਲਬ ਸਾਰਿਆਂ ਲਈ ਦੁੱਧ ਦਾ ਪ੍ਰਬੰਧ ਕਰਨਾ, ਲੱਸੀ ਦਾ ਪ੍ਰਬੰਧ ਕਰਨਾ, ਟੈਂਪੂ ਤੇ ਕਿਸੇ ਨੇ ਜਾਣਾ ਹੈ ਉਹਨੂੰ ਟੈਂਪੂ ਕਰਕੇ ਦੇਣਾ, ਕਿਸੇ ਆਉਣਾ ਹੈ ਉਹਨੂੰ ਟੈਂਪੂ ਕਰਕੇ ਦੇਣਾ, ਕਿਸੇ ਦੀ ਦਵਾਈ ਲਿਆਉਣੀ, ਇਹ ਸਾਰਾ ਕੁਝ ਮਤਲਬ ਪੂਰਾ ਇੱਕ ਸਾਂਭਿਆ ਹੈ ਜਿਵੇਂ ਪਰਿਵਾਰ ਦਾ ਇੱਕ ਮੁਖੀ ਆਪਦੇ ਪਰਿਵਾਰ ਨੂੰ ਸਾਂਭਦਾ। ਕੋਈ ਸ਼ੱਕ ਨਹੀਂ ਕਿ ਇਹ ਅੰਦੋਲਨ ਅਸੀਂ ਇਹੋ ਜਿਹੇ ਯੋਧਿਆਂ ਦੇ ਸਿਰ ਤੇ ਹੀ ਜਿੱਤੇ ਆ। ਫਿਰੋਜ਼ਪੁਰ ਦੀ ਤਾਂ ਮੈਂ ਗੱਲ ਕਹਿ ਹੀ ਸਕਣਾ ਨਾ, ਜਿਹੜਾ ਇੱਥੇ ਫਿਰੋਜ਼ਪੁਰ ਦਾ ਜਿੰਨਾ ਕੋ ਵੀ ਦੋ ਸਾਡੇ ਬਲਾਕ ਬੈਠੇ ਨੇ, ਇਹ ਸਾਹਿਬ ਤੋਂ ਬਿਨਾ ਅਸੀਂ ਇੱਥੇ ਨਹੀਂ ਬਹਿ ਸਕਦੇ। ਸਾਹਿਬ ਲਾਸਟ ਕਮੈਂਟ ਲੈ ਕੇ ਉਹ ਤੋਂ ਬਾਅਦ ਬੰਦ ਕਰਦੇ, ਕਿਉਂਕਿ ਗੱਲਾਂ ਤਾਂ ਬਹੁਤ ਹੋ ਸਕਦੀਆਂ ਪਰ ਕਿਉਂ ਕਾਰਨ, ਕਿਉਂਕਿ ਵੀਡੀਓ ਲੰਮੀ ਜਾ ਵੜਦੀ ਆ, ਫਿਰ ਤੁਸੀਂ ਕਹਿੰਦੇ ਹੋ ਯਾਰ ਕੋਟਲੀ ਬਾਹਲਾ ਲੰਮਾ ਕੰਮ ਕਰ। ਸਾਹਿਬ ਜਦੋਂ ਆਪਾਂ ਨੂੰ ਪਤਾ ਹੀ ਵੈਸੇ ਇਹ ਮੇਰਾ ਯਾਰ ਆ, ਐਵੇਂ ਕਹਾਂ ਹਮੇਸ਼ਾ ਰਾਤ ਨੂੰ ਚਾਹੇ 12 ਵਜੇ ਆਵੇ, ਬੰਦੇ ਨੇ ਰੋਟੀਆਂ ਤੱਤੀਆਂ ਕਰਕੇ ਖਵਾਉਣੀਆਂ, ਬੜਾ ਇਹਦੇ 'ਚ ਕਾਬਿਲ ਤਾਂ ਕੋਟਲੀ ਹੈ ਨਾ। ਸਾਹਿਬ ਜਦੋਂ ਮੰਨ ਲਓ ਤੁਹਾਡੇ ਆਗੂ ਤੁਹਾਨੂੰ ਸ਼ਾਬਾਸ਼ ਦਿੰਦੇ ਆ, ਕਿਵੇਂ ਲੱਗਦਾ ਬਾਈ? ਬਸ ਠੀਕ ਹੈ, ਅੰਦੋਲਨ ਸਾਡਾ ਸਫਲ ਹੋ ਗਿਆ। ਇਹ ਬਾਈ ਜੀ ਸਹੀ ਗੱਲ ਕਰ ਰਹੇ। ਕੱਲਾ ਸਾਹਿਬ ਜਿਹੜਾ ਹੈਗਾ ਅੰਦੋਲਨ 'ਚ ਨਹੀਂ, ਕਿੰਨੀਆਂ ਲਾਸ਼ਾਂ ਕੱਢ ਚੁੱਕਿਆ ਨਹਿਰਾਂ ਦੇ ਵਿੱਚੋਂ ਤਾਰ ਦੀਆਂ? ਲਾਸ਼ਾਂ ਕੱਢ ਚੁੱਕੇ ਆ ਜੀ 40 ਤੋਂ ਉੱਪਰ ਤੇ 6 ਕਾਰਾਂ ਮੋਟਰਸਾਈਕਲ ਤੇ 3 ਜਿਉਂਦੇ। ਸੋ ਮੈਨੂੰ ਬੜੀ ਖੁਸ਼ੀ ਆ, ਕਿਉਂਕਿ ਇਸ ਅੰਦੋਲਨ ਦੇ 2 ਵੱਡੇ ਸੂਤਰਧਾਰ ਰਹੇ ਆ ਜਿਨ੍ਹਾਂ ਨੇ ਅੰਦੋਲਨ ਜਿੱਤਿਆ। ਇੱਕ ਤਾਂ ਸਾਡੀ ਲੀਡਰਸ਼ਿਪ ਜਿਨ੍ਹਾਂ 'ਚ ਮਹਿਮਾ ਸਾਹਿਬ ਵਰਗੇ ਆ ਗਏ, ਚਾਹੇ 32 ਜਥੇਬੰਦੀਆਂ 40 ਜਥੇਬੰਦੀਆਂ ਜਿੰਨੇ ਵੀ ਸੰਯੁਕਤ ਕਿਸਾਨ ਮੋਰਚਾ। ਦੂਸਰੇ ਸਭ ਤੋਂ ਵੱਡੇ ਬੰਦੇ ਰਹੇ ਆ ਇਹੋ ਜਿਹੇ ਬੰਦੇ ਜਿਹੜੇ ਹਮੇਸ਼ਾ ਡਟੇ ਰਹੇ ਯਾਰ। ਉਹਨਾਂ ਨੇ ਕਦੇ ਘਰ ਵੱਲ ਜਦੋਂ ਆਏ ਤਾਂ ਵਾਪਸ ਨਹੀਂ ਗਏ, ਕੈਮਰੇ ਤੋਂ ਪਿੱਛੇ ਰਹੇ। ਸ਼ਾਇਦ ਤੁਸੀਂ ਦੇਖਿਆ ਵੀ ਨਹੀਂ ਹੋਣਾ, 1-2 ਵਾਰੀ ਇੰਟਰਵਿਊ 'ਚ ਦੇਖਣਾ, ਪਰ ਇਹ ਬੰਦਿਆਂ ਕਰਕੇ ਅੰਦੋਲਨ ਜਿੱਤਿਆ। ਤੇ ਆਉਣ ਵਾਲੇ ਟਾਈਮ ਦੇ ਵਿੱਚ ਅੰਦੋਲਨ ਲੜਨ ਦੀ ਲੋੜ ਪੈਣੀ ਆ, ਕਿਉਂਕਿ ਕਾਰਪੋਰੇਟ ਜਗਤ ਹਮੇਸ਼ਾ ਅੰਦਰ ਨੂੰ ਵੜਨ ਨੂੰ ਕੋਸ਼ਿਸ਼ ਕਰੂਗਾ, ਆਪਾਂ ਧੱਕਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਮਹਿਮਾ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈ ਕਿ ਤੁਸੀਂ ਇੱਥੇ ਜਿਹੜਾ ਹੈਗਾ ਪਹਿਲੀ ਜਿੱਤ ਵੱਡੇ ਪੱਧਰ ਤੇ ਖਾਸਰੇ ਅੰਬਾਨੀਆਂ ਅਡਾਨੀਆਂ ਨੂੰ ਜੇਕਰ ਆਪਾਂ ਕਹੀਏ ਤਾਂ ਤੁਸੀਂ ਇੱਕ ਵਾਰੀ ਪਿੱਛੇ ਧੱਕਣ 'ਚ ਕਾਮਯਾਬ ਹੋਏ ਹੋ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ। ਕਿਸਾਨ ਯੂਨੀਅਨ ਏਕਤਾ ਟਿਕਾਉਂਦਾ ਜਿੰਦਾਬਾਦ, ਜਿੰਦਾਬਾਦ। ਮਜ਼ਦੂਰ ਤੇ ਮੁਲਾਜ਼ਮ ਏਕਤਾ ਜਿੰਦਾਬਾਦ, ਕਿਸਾਨਾਂ ਦਾ ਏਕਤਾ ਜਿੰਦਾਬਾਦ। ਸੋ ਬਣੇ ਰਹੋ ਗੁਰਪ੍ਰੀਤ ਕੋਟਲੀ ਟੀਵੀ ਨਾਲ, ਗੁਰਪ੍ਰੀਤ ਕੋਟਲੀ ਫੇਸਬੁੱਕ ਪੇਜ ਨਾਲ, ਗੁਰਪ੍ਰੀਤ ਕੋਟਲੀ YouTube ਚੈਨਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।